ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦਾ ਲੱਗ ਸਕਦਾ ਹੈ ਝਟਕਾ। ਪਾਵਰਕੌਮ ਤੇ ਪੈਣ ਜਾ ਰਿਹਾ 550 ਕਰੋੜ ਦਾ ਵਾਧੂ ਬੋਝ। ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਦੇਣੇ ਪੈਣਗੇ 550 ਕਰੋੜ ਰੁਪਏ। $550 ਕਰੋੜ ਦੇ ਨਵੇਂ ਬੋਝ ਨੂੰ ਲੈ ਕੇ ਸੁਨੀਲ ਜਾਖੜ ਦਾ ਅਕਾਲੀ ਦਲ ਤੇ ਵਾਰ। ਕਿਹਾ ਅਕਾਲੀ ਦਲ ਦੇ ਗਲਤ ਸਮਝੌਤਿਆਂ ਕਰਕੇ ਪੰਜਾਬ ਨੂੰ ਲੱਗਿਆ 550 ਵੋਲਟੇਜ ਦਾ ਝਟਕਾ। ਦਿੱਲੀ ਦੌਰੇ ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਨ ਨਾਲ ਮੁਲਾਕਾਤ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨਾਲ ਕੀਤੀ ਮੀਟਿੰਗ। ਹਾਈ ਕਮਾਨ ਨਾਲ ਕੈਬਨਿਟ ਫੇਰਬਦਲ ਤੇ ਹੋ ਸਕਦੀ ਹੈ ਵਿਚਾਰ ਚਰਚਾ। ਆਮ ਆਦਮੀ ਪਾਰਟੀ ਦੇ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ। ਕੈਪਟਨ ਸਰਕਾਰ ਦੇ 5 ਮੰਤਰੀਆਂ ਖਿਲਾਫ ਕੀਤੀ ਸ਼ਿਕਾਇਤ। ਕਥਿਤ ਘੁਟਾਲਿਆਂ ਵਿੱਚ ਘਿਰੇ ਮੰਤਰੀਆਂ ਖਿਲਾਫ ਮੰਗੀ ਕਾਰਵਾਈ। ਸੰਸਦ ਦੇ ਅੰਦਰ ਤੇ ਬਾਹਰ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ। ਕਾਂਗਰਸ ਤੇ ਅਕਾਲੀ ਦਲ ਦੇ ਇਕੱਠੇ ਹੋ ਕੇ ਖੇਤੀ ਕਾਨੂੰਨਾਂ ਖਿਲਾਫ ਕੀਤਾ ਪ੍ਰਦਰਸ਼ਨ। ਪੀਐਮ ਨੂੰ ਕੀਤੀ ਅਪੀਲ। ਕਿਹਾ ਕਿਸਾਨਾਂ ਤੇ ਤਰਸ ਕਰੋ। ਕੁਰੂਕਸ਼ੇਤਰ ਪੁਲਿਸ ਨੇ ਗੈਂਗਸਟਰ ਭੂਪੀ ਰਾਣਾ ਨੂੰ ਡੇਰਾਬੱਸੀ ਦੀ ਅਦਾਲਤ ਵਿੱਚ ਕੀਤਾ ਪੇਸ਼। ਅਦਾਲਤ ਨੇ ਡੇਰਾਬੱਸੀ ਪੁਲਿਸ ਨੂੰ ਸੌਂਪਿਆ ਭੂਪੀ ਰਾਣਾ। 3 ਦਿਨਾਂ ਦਾ ਦਿੱਤਾ ਰਿਮਾਂਡ। ਲੰਡਨ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ। 16 ਅਗਸਤ ਤੋਂ ਅੰਮ੍ਰਿਤਸਰ ਲੰਡਨ ਫਲਾਈਟ ਮੁੜ ਹੋਵੇਗੀ ਬਹਾਲ। ਕਰੋਨਾ ਕਰਕੇ ਬੰਦ ਪਈ ਸੀ ਫਲਾਈਟ। ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਸਵਾਗਤ ਹੈ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਤੁਹਾਡੇ ਨਾਲ ਪੁਲਜੀਤ ਸਿੰਘ ਦੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਦੀ। ਪਾਵਰਕੌਮ ਦਾ ਬੋਝ ਹੁਣ ਲੋਕਾਂ ਉੱਤੇ ਭਾਰੀ ਪਵੇਗਾ। ਜੀ ਹਾਂ, ਪਾਵਰਕੌਮ ਨੂੰ ਚੁਕਾਉਣੇ ਪੈਣਗੇ 550 ਕਰੋੜ ਰੁਪਏ। ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਇਹ ਰਕਮ ਦੇਣੀ ਪੈਣੀ ਹੈ। ਕੇਂਦਰੀ ਅਪੀਲੀ ਟ੍ਰਿਬਿਊਨਲ ਨੇ ਪਾਵਰਕੌਮ ਨੂੰ ਹੁਕਮ ਜਾਰੀ ਕੀਤੇ ਨੇ, ਜਿਸ ਦੇ ਤਹਿਤ ਥਰਮਲ ਨੇ ਵਿਦੇਸ਼ੀ ਕੋਲਾ ਵਰਤਣ ਬਦਲੇ ਪੈਸੇ ਮੰਗੇ ਨੇ। ਪਾਵਰਕੌਮ ਪਹਿਲਾਂ ਵੀ ਕੋਲੇ ਦੀ ਧੁਲਾਈ ਦੇ ਬਦਲੇ ਦੇ ਚੁੱਕਾ ਹੈ 34 ਕਰੋੜ ਰੁਪਇਆ। ਤਾਂ ਪਹਿਲਾਂ ਕੋਲੇ ਦੀ ਧੁਲਾਈ ਬਦਲੇ ਦਿੱਤੇ ਸੀ 3400 ਕਰੋੜ ਰੁਪਏ। ਤਾਂ ਦਰਅਸਲ 550 ਕਰੋੜ ਰੁਪਏ ਵਾਲਾ ਮਾਮਲਾ ਤਲਵੰਡੀ ਸਾਬੋ ਵਾਲੇ ਥਰਮਲ ਪਲਾਂਟ ਨਾਲ ਜੁੜਿਆ ਹੋਇਆ ਮਾਮਲਾ ਹੈ। ਦਰਅਸਲ ਤਲਵੰਡੀ ਸਾਬੋ ਪਲਾਂਟ ਨੇ ਸਤੰਬਰ 2016 ਤੋਂ ਅਕਤੂਬਰ 2017 ਦੌਰਾਨ 472 ਕਰੋੜ ਰੁਪਏ ਦਾ ਵਿਦੇਸ਼ੀ ਕੋਲਾ ਖਰੀਦਿਆ ਸੀ। ਪਾਵਰਕੌਮ ਨੇ ਸਥਾਨਕ ਕੋਲੇ ਦੇ ਹਿਸਾਬ ਨਾਲ ਅਦਾਇਗੀ ਕੀਤੀ ਸੀ, ਪਰ ਪਾਵਰ ਕੰਪਨੀ ਵੇਦਾਂਤਾ ਨੇ ਇਸ ਸਮੇਂ ਦੌਰਾਨ ਵਿਦੇਸ਼ੀ ਕੋਲਾ ਵਰਤਣ ਦੀ ਗੱਲ ਕਹੀ ਹੈ ਕਿ ਹੋਰ ਪੈਸੇ ਮੰਗੇ ਸਨ। ਜਿਸ ਦੇ ਬਾਅਦ ਇਹ ਮਾਮਲਾ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਪਹੁੰਚ ਗਿਆ ਅਤੇ ਰੈਗੂਲੇਟਰੀ ਕਮਿਸ਼ਨ ਨੇ ਵੇਦਾਂਤਾ ਗਰੁੱਪ ਦੀ ਪਟੀਸ਼ਨ ਰੱਦ ਕਰ ਦਿੱਤੀ। ਵੇਦਾਂਤਾ ਨੇ ਇਸ ਫੈਸਲੇ ਨੂੰ ਕੇਂਦਰੀ ਅਪੀਲ ਟ੍ਰਿਬਿਊਨਲ ਕੋਲ ਚੁਣੌਤੀ ਦਿੱਤੀ ਸੀ। ਹੁਣ ਕੇਂਦਰੀ ਅਪੀਲੀ ਟ੍ਰਿਬਿਊਨਲ ਨੇ ਵੇਦਾਂਤਾ ਕੰਪਨੀ ਦੇ ਹੱਕ ਦੇ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ। ਜਾਣੀ ਕਿ ਪਾਵਰਕੌਮ ਨੂੰ ਹੁਣ ਕੰਪਨੀ ਨੂੰ 472 ਕਰੋੜ ਰੁਪਏ ਕੋਲੇ ਦੀ ਕੀਮਤ ਤੇ ਲੇਟ ਪੇਮੈਂਟ ਸਰਚਾਰਜ ਦੇ ਤੌਰ ਦੇ ਉੱਪਰ ਵਾਧੂ 80 ਕਰੋੜ ਰੁਪਏ ਦੇਣ ਦੇ ਹੁਕਮ ਜਾਰੀ ਕੀਤੇ ਨੇ। ਤਾਂ ਕੁੱਲ 550 ਕਰੋੜ ਰੁਪਏ ਦੀ ਰਕਮ ਜਿਹੜੀ ਬਣਦੀ ਹੈ ਉਹ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਪਾਵਰਕੌਮ ਨੂੰ ਹੁਣ ਦੇਣੀ ਪੈਣੀ ਹੈ। ਤਾਂ ਕੁੱਲ ਮਿਲਾ ਕੇ ਕਹਿ ਲਈਏ ਕਿ ਇਹ ਪਾਵਰਕੌਮ ਦੇ ਉੱਪਰ 550 ਕਰੋੜ ਰੁਪਏ ਦਾ ਹੁਣ ਹੋਰ ਵਾਧੂ ਬੋਝ ਪੈਣ ਜਾ ਰਿਹਾ। ਪਰ ਦੂਸਰੀ ਜਿਹੜੀ ਚਿੰਤਾ ਦਾ ਵਿਸ਼ਾ ਬਣੀ ਹੋਈ ਗੱਲ ਕਿ ਇਹ ਜਿਹੜਾ ਹੁਣ ਵਾਧੂ ਬੋਝ ਹੈ ਉਹ ਪਾਵਰਕੌਮ ਕਿੱਥੋਂ ਪੂਰਾ ਕਰੇਗਾ। ਕੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਉੱਪਰ ਬੋਝ ਪਾਇਆ ਜਾਵੇਗਾ? ਤਾਂ ਕਿਤੇ ਨਾ ਕਿਤੇ ਸਿਰਦਰਦੀ ਸੰਕਟ ਵੀ ਆਮ ਲੋਕਾਂ ਦੇ ਉੱਪਰ ਕਿਤੇ ਨਾ ਕਿਤੇ ਖੜਾ ਦਿਖਾਈ ਦੇਣ ਲੱਗ ਗਿਆ, ਕਿਉਂਕਿ ਪਾਵਰਕੌਮ ਦੇ ਕੋਲ ਜਿਸ ਤਰੀਕੇ ਦੀ ਮਾਲੀ ਹਾਲਤ ਹੈ ਪਹਿਲਾਂ ਹੀ ਕਿਤੇ ਨਾ ਕਿਤੇ ਪੈਸੇ ਦੀ ਜਿਹੜੀ ਕਹਿ ਲਈ ਆਪਾਂ ਘਾਟ ਚੱਲ ਰਹੀ ਹੈ ਔਰ ਬਹੁਤ ਮੁਸ਼ਕਿਲ ਦੇ ਨਾਲ ਜਿਹੜਾ ਹੈ ਉਹ ਬਿਜਲੀ ਦੀ ਸਪਲਾਈ ਨੂੰ ਚਲਾਇਆ ਜਾ ਰਿਹਾ। ਜਿਹੜੇ ਮੌਜੂਦਾ ਹਾਲਾਤ ਨੇ ਸੂਬੇ ਦੇ ਉੱਪਰ, ਤਾਂ ਅਜਿਹੇ ਦੇ ਵਿੱਚ 550 ਕਰੋੜ ਰੁਪਏ ਕਿੱਥੋਂ ਕੱਢੇਗਾ ਪਾਵਰਕੌਮ? ਇਹ ਵੀ ਇੱਕ ਸਵਾਲੀਆ ਨਿਸ਼ਾਨ ਖੜਾ ਹੋਇਆ। ਪਰ ਫਿਲਹਾਲ ਜਿਹੜਾ ਟ੍ਰਿਬਿਊਨਲ ਹੈ ਉਸਨੇ ਵੇਦਾਂਤਾ ਦੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਔਰ ਜਿਹੜਾ ਪਾਵਰਕੌਮ ਨੂੰ 550 ਕਰੋੜ ਰੁਪਏ 472 ਕਰੋੜ ਰੁਪਏ ਅਸਲ ਰਕਮ ਔਰ 80 ਕਰੋੜ ਰੁਪਏ ਜਿਹੜਾ ਉਹ ਲੇਟ ਫੀਸ ਬਣਦੀ ਹੈ। ਤਾਂ ਕੁੱਲ ਰਕਮ 550 ਕਰੋੜ ਰੁਪਏ ਪਾਵਰਕੌਮ ਨੂੰ ਜਿਹੜਾ ਹੁਕਮ ਜਾਰੀ ਕੀਤਾ ਕਿ ਉਹ ਜਲਦ ਤੋਂ ਜਲਦ ਜਿਹੜਾ ਹੈ ਉਹ ਥਰਮਲ ਪਲਾਂਟ ਨੂੰ ਦੇਵੇ। ਤਾਂ ਇਸ ਖਬਰ ਤੇ ਗੱਲਬਾਤ ਕਰਦੇ ਹਾਂ। ਸਾਡੇ ਸਹਿਯੋਗੀ ਪੰਕਜ ਕਪਾਈ ਸਾਡੇ ਨਾਲ ਜੁੜ ਰਹੇ ਨੇ। ਪੰਕਜ, ਤਾਂ ਕਹਿ ਲਈਏ ਕਿ ਨਵਾਂ
ਸੰਕਟ ਕਿਤੇ ਨਾ ਕਿਤੇ ਖੜਾ ਹੋਣ ਜਾ ਰਿਹਾ ਹੈ, ਨਾ ਕੇਵਲ ਪਾਵਰਕੌਮ ਦੇ ਲਈ ਬਲਕਿ ਪੰਜਾਬ ਦੀ ਜਨਤਾ ਦੇ ਲਈ ਵੀ। ਕਿਤੇ ਨਾ ਕਿਤੇ ਜਿਹੜੀ 550 ਕਰੋੜ ਰੁਪਏ ਦੀ ਰਕਮ ਹੈ, ਜਿਵੇਂ ਕਿ ਪਹਿਲਾਂ ਵੀ ਹੁੰਦਾ ਜਦੋਂ ਵੀ ਕੋਈ ਵਾਧੂ ਬੋਝ ਆਉਂਦਾ ਤਾਂ ਉਸ ਝੱਲਣਾ ਆਮ ਲੋਕਾਂ ਨੂੰ ਹੀ ਪੈਂਦਾ, ਤਾਂ ਅਜਿਹੇ ਦੇ ਵਿੱਚ ਇਹ ਨਵਾਂ ਜਿਹੜਾ ਹੁਣ ਹੁਕਮ ਜਾਰੀ ਕੀਤਾ ਗਿਆ ਟ੍ਰਿਬਿਊਨਲ ਦੇ ਵੱਲੋਂ ਪਾਵਰਕੌਮ ਨੂੰ 550 ਕਰੋੜ ਰੁਪਏ ਦਾ, ਕਿਸ ਤਰੀਕੇ ਨਾਲ ਦੇਖਦੇ ਹੋ? बिल्कुल भुल्लर, क्योंकि पावरकॉम ਨੂੰ ਇੱਕ ਵੱਡਾ ਝਟਕਾ ਜਿਹੜਾ ਉਹ ਲੱਗਾ ਔਰ 550 ਕਰੋੜ ਦੀ ਅਦਾਇਗੀ ਕਿਵੇਂ ਕਰਨੀ ਹੋਏਗੀ ਜਾਂ ਫਿਰ ਇਸ ਤੋਂ ਉੱਪਰ ਪਾਵਰਕॉम ਜਾਏਗੀ, ਪਾਵਰਕॉम ਦੇ ਅਧਿਕਾਰੀ ਜਾਣਗੇ, ਕਿਉਂਕਿ ਅਜੇ ਤੱਕ ਪਾਵਰਕॉम ਦੇ ਅਧਿਕਾਰੀ ਇਸ ਪੂਰੇ ਮਾਮਲੇ ਤੇ ਚੁੱਪ ਨੇ, ਕੁਝ ਵੀ ਬਿਆਨ ਜਾਰੀ ਨਹੀਂ ਕਰ ਰਹੇ। ਇੱਕ ਪਾਸੇ ਪਹਿਲਾਂ ਇਹ ਚਰਚਾਵਾਂ ਸੀਗੀਆਂ ਕਿ ਜਦੋਂ ਜੁਲਾਈ ਦੇ ਮਹੀਨੇ ਬਿਜਲੀ ਦੀ ਜ਼ਰੂਰਤ ਸੀਗੀ ਉਸ ਵੇਲੇ ਥਰਮਲ ਪਲਾਂਟ ਦੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੇ ਜਿਹੜਾ ਵਾ ਫਾਲਟ ਲਿਆਂਦਾ, ਨੁਕਸਾਨ ਹੋਇਆ ਔਰ ਇਹ ਕਿਹਾ ਗਿਆ ਪਾਵਰਕॉम जुर्माना करेगा। लेकिन दूजे पासे जो कोले की गल आती है तो उस मुतलक मामला ट्रिब्यूनल कोल सीगा और करीब करीब 550 करोड़ रुपए का जिहड़ा वा हरजाना पावरकॉम ਨੂੰ देना होएगा। तो ਅਜਿਹੇ 'ਚ किस तरीके ਦੇ ਨਾਲ पावरकॉम ਦਾ ਕੀ ਕੋਈ ਸਟੈਪ ਰਹਿੰਦਾ ਵਾ, ਕਿਉਂਕਿ ਇੱਕ ਪਾਸੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਜਿਹੜੇ ਐਗਰੀਮੈਂਟ ਹੋਏ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹ ਬੇਹੱਦ ਮਹਿੰਗੇ ਨੇ, ਉਹ ਬੇਹੱਦ ਨੁਕਸਾਨਦਾਇਕ ਨੇ ਔਰ ਇਹ ਸਮਝੌਤੇ ਰੱਦ ਕੀਤੇ ਜਾਣੇ ਚਾਹੀਦੇ, ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਉਣਾ ਚਾਹੀਦਾ। ਲੇਕਿਨ ਇਸ ਪੂਰੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਕੰਪਨੀ ਹੈ ਉਹ ਪਾਵਰਕॉम ਤੇ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਔਰ 550 ਕਰੋੜ ਰੁਪਏ ਨੂੰ ਲੈ ਕੇ ਹੁਣ ਕੀ ਹਰਜਾਨਾ ਦਿੱਤਾ ਜਾਏਗਾ ਜਾਂ ਫਿਰ ਇਸ ਤੋਂ ਅੱਗੇ ਅਪੀਲ ਜਿਹੜੀ ਉਹ ਪਾਵਰਕॉम ਕਰੇਗੀ, ਇਹ ਕਾਫੀ ਅਹਿਮ ਰਹਿਣ ਵਾਲਾ ਹੈ। बिल्कुल पंकज, तो काफ़ी अहम नाल तुसीं जिक्र किया कि नवजोत सिंह सिद्धू भी जिक्र कर रहे सी, पर अजिहे दे विच किते ना किते जिहड़ी चुनौती है वो भी सूबा सरकार दे लई बन गई है। दूसरे पासे इलैक्शन भी बिल्कुल सिर दे उपर आ चुके हैं और इत्थे गल हो रही है पहले कि बिजली मुफ्त देवांगे, इन्नी यूनिटां माफ़ करांगे, पर अजिहे दे विच इह नवीं आपां विपता कह सकते हैं सरकार दे गले पैंदी नज़र आ रही है कि 550 करोड़ रुपए दा हुण वाधू जिहड़ा खर्चा है वो कढना। पर जेकर पावरकॉम की गल की जाए या फिर पिछे झाती मारी जाए, जदों कदे भी इदां दा कोई हुक्म जारी होया ਜਾਂ ਐਡੀ ਵੱਡੀ ਰਕਮ ਕਿਤੇ ਨਾ ਕਿਤੇ ਦੇਣੀ ਪੈ ਰਹੀ ਆ ਤਾਂ ਉਹ ਆਮ ਲੋਕਾਂ ਤੋਂ ਹੀ ਵਸੂਲੀ ਗਈ ਹੈ। ਤਾਂ ਅਜਿਹੇ ਦੇ ਵਿੱਚ ਕਹਿ ਸਕਦੇ ਹਾਂ ਕਿ ਸਰਦਾਰਦੀ ਸਿੱਧੇ ਤੌਰ ਦੇ ਉੱਪਰ ਸੱਤਾ ਧਿਰ ਦੀ ਵਾਧੀ ਹੋਈ ਨਜ਼ਰ ਆ ਰਹੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਇਹ ਸਰਕਾਰਾਂ ਜਿਹੜੀਆਂ ਨੇ ਉਹ ਟੈਕਸਾਂ ਦੇ ਜ਼ਰੀਏ ਹੀ ਆਮ ਲੋਕਾਂ ਤੋਂ ਪੈਸਾ ਵਸੂਲ ਕਰਦੀਆਂ ਨੇ ਔਰ ਉਸੇ ਹਿਸਾਬ ਨਾਲ ਸਰਕਾਰਾਂ ਚੱਲਦੀਆਂ ਨੇ ਔਰ ਅਜਿਹੇ 'ਚ ਅਗਰ 550 ਕਰੋੜ ਰੁਪਈਆ ਇਸ ਤਰੀਕੇ ਨਾਲ ਦੇਣਾ ਪੈਂਦਾ ਤਾਂ ਉਹ ਆਮ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਇਸ ਦਾ ਵੱਡਾ ਨੁਕਸਾਨ ਹੋਏਗਾ। ਇੱਕ ਪਾਸੇ ਦਾਅਵੇ ਕੀਤੇ ਜਾ ਰਹੇ 2022 'ਚ ਕਿ ਅਗਰ ਸਰਕਾਰ ਅਕਾਲੀ ਦਲ ਦੀ ਬਣ ਗਈ 400 ਯੂਨਿਟ ਬਿਜਲੀ ਦਿੱਤੀ ਜਾਏਗੀ, ਕਾਂਗਰਸ ਦਾਅਵਾ ਕਰ ਰਹੀ ਕਿ ਪਾਵਰ ਐਗਰੀਮੈਂਟ ਰੱਦ ਕਰੋ, ਨਵਜੋਤ ਸਿੰਘ ਸਿੱਧੂ ਕਹਿ ਰਹੇ 3 ਰੁਪਏ ਯੂਨਿਟ ਬਿਜਲੀ ਕਰੋ, ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਇਹ ਪਾਵਰ ਸਮਝੌਤੇ ਰੱਦ ਕਰੋ। ਲੇਕਿਨ ਜਦੋਂ ਗਰਾਊਂਡ ਤੇ ਤਸਵੀਰ ਦੇਖਦੇ ਹਾਂ, ਗਰਾਊਂਡ ਤੇ ਤਸਵੀਰ ਇਹ ਪ੍ਰਾਈਵੇਟ ਕੰਪਨੀਆਂ ਭਾਰੀ ਪੈਂਦੀਆਂ ਹੋਈਆਂ ਸਰਕਾਰ ਦੇ ਉੱਤੇ ਨਜ਼ਰ ਆ ਰਹੀਆਂ ਨੇ। बिल्कुल, तो एक बार फिर तो जिहड़ियां है पावर कंपनियां ने किते ना किते सरकार दे लई सिरदर्दी बणियां ने और हुण 550 करोड़ रुपए का नवा हुक्म जारी किया ट्रिब्यूनल ने, उस मुतलक हुण पावरकॉम नूं 550 करोड़ रुपए देने पैणे ने। तां देखना होवेगा कि जिहड़ा 550 करोड़ रुपए की रकम है वो पावरकॉम कित्थों लैके आउंदी है, किस तरीके नाल एडजस्टमेंट करदे या फिर वाधू चार्ज हुण एक बार फिर तो आम लोगों के सिर मड़िया जाएगा। जिहड़ी भुगतान 550 करोड़ रुपए का कि वो आम लोगों की जेब चों जाएगा, ये भी देखने वाला होगा। तो फिलहाल पंकज, फिलहाल के लिए बहुत बहुत धन्यवाद ये जानकारी साझा करने के लिए। तो इस वेले एक वड्डी खबर अपने दर्शकों को दस देना कि 550 करोड़ रुपए का जिहड़ा हुक्म जारी किया गया पावरकॉम नूं केंद्री ट्रिब्यूनल के वलों कि 550 करोड़ रुपए जिहड़ा कि साल 2016 तो 2017 दे विच कंपनी ने कहा सी थर्मल प्लांट दे विच कोला वरत्या गया सी, वो विदेशी कोला वरत्या गया सी, जिसका कि हुण जिहड़ा हुक्म है वो कंपनी दे प्राइवेट कंपनी के हक में आ गया। 472 करोड़ रुपया असल रकम बनती और 80 करोड़ रुपया लेट फीस, क्योंकि 2016-17 का मामला। तो कुल 550 करोड़ रुपए की जी रकम है वो अदा करने के लिए हुक्म जारी किए गए हैं ट्रिब्यूनल के वलों पावरकॉम नूं, जिहड़े कि उसने थर्मल प्लांट की प्राइवेट कंपनी नूं देने ने। तो गल करते अगली वड्डी खबर की, लुधियाना तो खबर आ रही है। लुधियाना दे विच कोरोना की चपेट दे विच विद्यार्थी आए ने। जी हाँ, सरकारी स्कूल के ਇੱਕੋ ਸਕੂਲ ਦੇ 8 ਵਿਦਿਆਰਥੀ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਕੁੱਲ 40 ਵਿਦਿਆਰਥੀਆਂ ਦੇ ਸਕੂਲ ਦੇ ਵਿੱਚੋਂ ਸੈਂਪਲ ਲਏ ਗਏ ਸੀ, ਜਿਨ੍ਹਾਂ ਦੇ ਵਿੱਚੋਂ 8 ਵਿਦਿਆਰਥੀਆਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ, ਜਿਸ ਤੋਂ ਬਾਅਦ ਪੂਰੇ ਸਕੂਲ ਦੇ ਵਿੱਚ ਹਾਹਾਕਾਰ ਮਚ ਗਈ। ਜੋਧੇਵਾਲ ਇਲਾਕੇ ਦੇ ਵਿੱਚ, ਜੋਧੇਵਾਲ ਬਸਤੀ ਇਲਾਕੇ ਦੇ ਵਿੱਚ ਇਹ ਸਰਕਾਰੀ ਸਕੂਲ ਸਥਿਤ ਹੈ, ਜਿੱਥੋਂ ਦੇ ਬੱਚਿਆਂ ਦੀ 8 ਬੱਚਿਆਂ ਦੀ ਰਿਪੋਰਟ कोरोना पॉजिटिव आई है। कुल 40 बच्चों के सैंपल
ਇਸ ਸਕੂਲ ਦੇ ਵਿੱਚੋਂ ਲਏ ਗਏ ਸੀ, ਜਿਨ੍ਹਾਂ ਦੇ ਵਿੱਚੋਂ 8 ਬੱਚਿਆਂ ਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਆਈ ਹੈ। ਤਾਂ ਲੁਧਿਆਣਾ ਤੋਂ ਖਬਰ ਆ ਰਹੀ ਜਿੱਥੇ ਦੀ ਜੋਧੇਵਾਲ ਬਸਤੀ ਦੇ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹ ਟੈਸਟ ਕਰਨ ਟੀਮ ਗਈ ਸੀ। 40 ਬੱਚਿਆਂ ਦੇ ਸੈਂਪਲ ਲਏ ਗਏ ਸੀ, ਜਿਨ੍ਹਾਂ ਦੇ ਵਿੱਚੋਂ 8 ਬੱਚਿਆਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਤਾਂ ਕਾਫੀ ਲੰਬੇ ਸਮੇਂ ਤੋਂ ਬਾਅਦ ਜੇਕਰ ਕਹਿ ਲਿਆ ਜਾਵੇ ਕਿ ਕਾਫੀ ਲੰਬੇ ਅਰਸੇ ਤੋਂ ਬਾਅਦ ਕਰੀਬ 1.5 ਸਾਲ ਤੋਂ ਬਾਅਦ ਦੁਬਾਰਾ ਸਕੂਲ ਖੋਲ੍ਹਣ ਦਾ ਜਿਹੜਾ ਵਿਚਾਰ ਕੀਤਾ ਗਿਆ ਸੀ ਔਰ 2 ਤਰੀਕ ਨੂੰ ਹੀ ਸਕੂਲ ਖੋਲ੍ਹੇ ਗਏ ਸੀ, ਤਾਂ ਅਜਿਹੇ ਦੇ ਵਿੱਚ ਚਿੰਤਾ ਕਿਤੇ ਨਾ ਕਿਤੇ ਫੇਰ ਬਣਦੀ ਜਾ ਰਹੀ ਹੈ, ਕਿਉਂਕਿ ਕੋਰੋਨਾ ਦੀ ਚਪੇਟ ਦੇ ਵਿੱਚ ਵਿਦਿਆਰਥੀ ਆਏ ਨੇ। ਇੱਕ ਨਹੀਂ ਬਲਕਿ 8 ਵਿਦਿਆਰਥੀਆਂ ਦੀ ਰਿਪੋਰਟ ਇੱਕੋ ਸਕੂਲ ਦੇ ਵਿੱਚ ਆਉਣਾ ਆਪਣੇ ਆਪ ਦੇ ਵਿੱਚ ਚਿੰਤਾ ਜ਼ਾਹਰ ਕਰਦਾ। ਔਰ ਦੂਸਰੇ ਪਾਸੇ ਜ਼ਿਕਰ ਕੀਤਾ ਜਾ ਰਿਹਾ ਸੀ ਕੋਰੋਨਾ ਦੀ ਤੀਸਰੀ ਵੇਵ ਦਾ, ਤਾਂ ਅਜਿਹੇ ਦੇ ਵਿੱਚ ਕੁੱਲ 40 ਬੱਚਿਆਂ ਦੇ ਸੈਂਪਲ ਲਏ ਗਏ ਸੀ। ਲੁਧਿਆਣਾ ਦੇ ਜੋਧੇਵਾਲ ਬਸਤੀ ਦੇ ਵਿੱਚ ਸਥਿਤ ਜਿਹੜਾ ਸਰਕਾਰੀ ਸਕੂਲ ਹੈ ਉੱਥੋਂ ਦੀ ਖਬਰ ਤੁਹਾਨੂੰ ਦੇ ਰਹੇ ਹਾਂ। ਤਾਂ ਇਸ ਖਬਰ ਦੀ ਗੱਲਬਾਤ ਕਰਦੇ ਹਾਂ, ਕੀ ਅਪਡੇਟ ਲੈਣੇ ਸਾਡੇ ਸਹਿਯੋਗੀ ਜਸਬੀਰ ਬਰਾੜ ਜੁੜ ਰਹੇ ਨੇ ਲੁਧਿਆਣਾ ਤੋਂ। ਜਸਬੀਰ, ਤਾਂ ਕਹਿ ਲਈਏ ਕਿ ਹਲੇ ਕਰੀਬ ਹਫ਼ਤਾ 10 ਦਿਨ ਹੋਏ ਸੀ ਸਕੂਲ ਖੋਲ੍ਹਿਆਂ ਨੂੰ, ਤਾਂ 8 ਬੱਚਿਆਂ ਦੀ ਰਿਪੋਰਟ ਦਾ ਪੋਜ਼ਿਟਿਵ ਆਉਣਾ ਔਰ 40 ਸੈਂਪਲ ਲਏ ਗਏ ਸੀ, ਉਹਨਾਂ ਵਿੱਚੋਂ ਇੱਕੋ ਸਕੂਲ ਦੇ 8 ਜਿਹੜੇ ਬੱਚੇ ਆਏ ਸੀ। ਜਾਣਨਾ ਚਾਹੁੰਦੇ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਔਰ ਪ੍ਰਸ਼ਾਸਨ ਨੇ ਇਸ ਤੋਂ ਬਾਅਦ ਹੁਣ ਅੱਗੇ ਕੀ ਕਦਮ ਚੁੱਕਿਆ ਹੈ? ਕਿਉਂਕਿ ਜਿਹੜਾ ਹੈ 8 ਬੱਚਿਆਂ ਦੀ ਜਿਹੜੀ 40 ਦੱਸੀ ਹੈ ਕਿ 40 ਜਿਹੜੇ ਨੇ ਵਿਦਿਆਰਥੀ ਸੀ ਉਹਨਾਂ ਦੇ ਟੈਸਟ ਕੀਤੇ ਗਏ ਸੀਗੇ, ਜਿਨ੍ਹਾਂ ਦੇ ਵਿੱਚੋਂ 8 ਦੀ ਰਿਪੋਰਟ ਆ ਜਿਹੜੀ ਉਹ ਪੋਜ਼ਿਟਿਵ ਆ ਗਈ। ਹਰ ਰੋਜ਼ ਜੇ ਆਪਾਂ ਟਾਰਗੇਟ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ ਜਿਹੜਾ ਹੈ 1000 ਬੱਚਿਆਂ ਦੇ ਜਿਹੜੇ ਲੁਧਿਆਣਾ ਦੇ ਵਿੱਚ ਜਿਹੜੇ ਸੈਂਪਲ ਜਿਹੜੇ ਲਏ ਜਾਣਗੇ, ਤੇ ਜੇ ਰਿਪੋਰਟ ਬੱਚਿਆਂ ਦੀ ਵੱਧ ਰਿਪੋਰਟ ਪੋਜ਼ਿਟਿਵ ਆਉਂਦੀ ਹੈ, ਕੋਵਿਡ ਰਿਪੋਰਟ ਪੋਜ਼ਿਟਿਵ ਆਉਂਦੀ ਹੈ, ਤਾਂ ਉਸ ਸਕੂਲ ਜਿਹੜਾ ਬੰਦ ਕਰਨ ਦੀਆਂ ਜਿਹੜੀਆਂ ਹਦਾਇਤਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਜਿਹੜੇ ਖੇਤਰ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ 8 ਬੱਚਿਆਂ ਦੀ ਜਿਹੜੀ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਹੈ, ਤੇ ਸਕੂਲ ਨੂੰ ਜਿਹੜਾ ਹੈ ਕੁਝ ਦਿਨਾਂ ਦੇ ਲਈ ਜਿਹੜਾ ਹੈ ਕੋਵਿਡ ਨਿਯਮਾਂ ਦੇ ਅਨੁਸਾਰ ਜਿਹੜਾ ਉਹ ਬੰਦ ਵੀ ਕੀਤਾ ਜਾ ਸਕਦਾ। ਬਿਲਕੁਲ ਜਸਵੀਰ, ਤਾਂ ਸਕੂਲ ਨੂੰ ਕੋਵਿਡ ਨਿਯਮਾਂ ਚੱਲਦੇ ਜਿਵੇਂ ਕਿ ਸਰਕਾਰ ਨੇ ਪਹਿਲਾਂ ਹੀ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਸੀ ਕਿ ਜੇਕਰ 5 ਜਾਂ ਉਸ ਤੋਂ ਵੱਧ ਬੱਚੇ ਪੋਜ਼ਿਟਿਵ ਆਉਂਦੇ ਨੇ ਤਾਂ ਸਕੂਲ ਨੂੰ ਵੀ 15 ਦਿਨ ਦੇ ਲਈ ਜਿਹੜਾ ਬੰਦ ਕੀਤਾ ਜਾਵੇਗਾ। ਤਾਂ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਜਸਵੀਰ। ਤਾਂ ਪਰ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਲੁਧਿਆਣਾ ਦੇ ਵਿੱਚ, ਜਿੱਥੇ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕੋ ਸਕੂਲ ਦੇ 8 ਵਿਦਿਆਰਥੀ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਕੁੱਲ 40 ਬੱਚਿਆਂ ਦੇ ਜਿਹੜੇ ਸੀ ਉਹ ਸੈਂਪਲ ਲਏ ਗਏ ਸੀ, ਜਿਨ੍ਹਾਂ ਦੇ ਵਿੱਚੋਂ 8 ਵਿਦਿਆਰਥੀ ਕੋਰੋਨਾ ਪੋਜ਼ਿਟਿਵ ਪਾਏ ਗਏ। ਤਾਂ ਅਗਲੀ ਖਬਰ ਦਿੱਲੀ ਤੋਂ ਆ ਰਹੀ ਹੈ। ਦਿੱਲੀ ਦੇ ਵਿੱਚ ਸੀਐਮ ਕੈਪਟਨ ਦੇ ਵੱਲੋਂ ਮੀਟਿੰਗਾਂ ਦੌਰ ਜਾਰੀ ਹੈ। ਕਪੂਰਥਲਾ ਹਾਊਸ ਦੇ ਵਿੱਚ ਮੌਜੂਦ ਨੇ ਕੈਪਟਨ ਅਮਰਿੰਦਰ ਸਿੰਘ। ਤੁਹਾਨੂੰ ਦੱਸ ਦਈਏ ਕਿ ਹਾਈ ਕਮਾਨ ਤੋਂ ਮੀਟਿੰਗ ਤੋਂ ਠੀਕ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਮੁਲਾਕਾਤ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ। ਕਪੂਰਥਲਾ ਹਾਊਸ ਦੇ ਵਿੱਚ ਇਹ ਦੋਵੇਂ ਆਗੂਆਂ ਦੇ ਵਿਚਾਲੇ ਮੀਟਿੰਗ ਹੋਈ ਹੈ। ਕਾਬਿਲ ਗੌਰ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਮੀਟਿੰਗ ਹੈ ਇਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਕਾਬਿਲ ਗੌਰ ਹੈ ਕਿ ਹਾਈ ਕਮਾਨ ਦੇ ਨਾਲ ਸ਼ਾਮ ਕਰੀਬ 4 ਤੋਂ 5 ਵਜੇ ਦੇ ਵਿੱਚ ਸੋਨੀਆ ਗਾਂਧੀ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ ਔਰ ਕੈਬਨਿਟ ਫੇਰਬਦਲ ਬਾਰੇ ਵੀ ਵਿਚਾਰ ਚਰਚਾ ਹੋ ਸਕਦੀ ਹੈ। ਪਰ ਇਸ ਤੋਂ ਪਹਿਲਾਂ ਅਹਿਮ ਖਬਰ ਇਹੀ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਮੁਲਾਕਾਤ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ। ਦਿੱਲੀ ਦੇ ਵਿੱਚ ਮੁਲਾਕਾਤ ਹੋਈ ਹੈ ਕਪੂਰਥਲਾ ਹਾਊਸ ਦੇ ਵਿੱਚ ਔਰ ਹੁਣ ਤੋਂ ਥੋੜੀ ਦੇਰ ਬਾਅਦ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਨੀ ਕੈਪਟਨ ਅਮਰਿੰਦਰ ਸਿੰਘ ਨੇ। ਔਰ ਕਿਆਸ ਲਗਾਏ ਜਾ ਰਹੇ ਨੇ ਕਿ ਕੈਬਨਿਟ ਦੇ ਵਿੱਚ ਫੇਰਬਦਲ ਨੂੰ ਲੈ ਕੇ ਔਰ ਅਗਾਊਂ ਰਣਨੀਤੀ, ਕਿਉਂਕਿ ਜਿਹੜੀ ਇਲੈਕਸ਼ਨ ਵੀ ਆ ਬਹੁਤ ਬੇਹੱਦ ਨਜ਼ਦੀਕ ਆ ਚੁੱਕੀ ਹੈ, ਤਾਂ ਕਈ ਗੰਭੀਰ ਮੁੱਦਿਆਂ ਨੂੰ, ਕਈ ਅਹਿਮ ਮੁੱਦਿਆਂ ਦੇ ਉੱਪਰ ਸੋਨੀਆ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵਿਚਾਰ ਚਰਚਾ ਕਰਨਗੇ ਔਰ ਕੈਬਨਿਟ ਫੇਰਬਦਲ ਬਾਰੇ ਵੀ ਵਿਸਤਾਰ ਵਿੱਚ ਚਰਚਾ ਹੋ ਸਕਦੀ ਹੈ। ਤਾਂ ਉਧਰ ਆਮ ਆਦਮੀ ਪਾਰਟੀ ਦਾ ਵਫਦ ਰਾਜਪਾਲ ਨੂੰ ਮਿਲਿਆ। ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਥਿਤ ਘੁਟਾਲਿਆਂ ਦੇ ਵਿੱਚ ਜਿਹੜੇ 5 ਮੰਤਰੀ ਜਿਹੜੇ ਫਸੇ ਹੋਏ ਨੇ ਪੰਜਾਬ ਦੇ, ਉਹਨਾਂ ਦੀ ਸ਼ਿਕਾਇਤ ਲੈ ਕੇ ਪਹੁੰਚੇ ਸੀ ਆਮ ਆਦਮੀ ਪਾਰਟੀ ਦਾ ਵਫਦ ਗਵਰਨਰ ਹਾਊਸ ਦੇ ਵਿੱਚ। ਉਹਨਾਂ ਦੇ ਨਾਮ ਵੀ ਜ਼ਿਕਰ ਕੀਤਾ ਕਿ ਇਹਨਾਂ 5 ਮੰਤਰੀਆਂ ਦੇ ਵਿੱਚ ਸਾਧੂ ਸਿੰਘ ਧਰਮਸੋਤ, ਗੁਰਮੀਤ ਸੋਢੀ, ਸੁੰਦਰ ਸ਼ਾਮ ਅਰੋੜਾ ਸਮੇਤ ਸਿਹਤ ਮੰਤਰੀ ਬਲਬੀਰ ਸਿੱਧੂ ਤੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਮ ਵੀ ਮੌਜੂਦ ਹੈ। ਔਰ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਇਹਨਾਂ 5 ਮੰਤਰੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਇਹਨਾਂ ਦੀ ਬਰਖਾਸਤਗੀ ਦੀ ਮੰਗ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਦਾਗੀ ਮੰਤਰੀਆਂ ਦੇ ਘਰਾਂ ਨੂੰ ਘੇਰਾ ਪਾਉਣਗੀ ਆਮ ਆਦਮੀ ਪਾਰਟੀ। ਤਾਂ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਬਦੀ ਵਾਰ ਕੀਤਾ ਗਿਆ। ਤਾਂ ਇਹ ਵੀ ਇਲਜ਼ਾਮ ਲਗਾਇਆ ਸਿੱਧੂ ਦੇ ਉੱਪਰ ਕਿ ਬਾਗੀ ਵਿਧਾਇਕਾਂ ਨੂੰ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ। ਇਹਨਾਂ ਸਾਰੇ ਹੀ ਜਿਹੜੇ ਜਿਨ੍ਹਾਂ ਦੇ ਉੱਪਰ ਰਿਸ਼ਵਤ ਦੇ ਇਲਜ਼ਾਮ ਲੱਗੇ ਨੇ ਮੰਤਰੀਆਂ ਦੇ, ਉਹਨਾਂ ਦੇ ਘਰਾਂ ਦਾ ਘਿਰਾਓ ਕਰਕੇ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਉਧਰ ਸੰਸਦ ਤੋਂ ਖਬਰ ਆ ਰਹੀ ਹੈ ਖੇਤੀ ਕਾਨੂੰਨਾਂ ਦੇ
ਆਪਸ ਦੇ ਵਿੱਚ ਇਕੱਠੇ ਹੋਏ ਨੇ, ਇੱਕ ਮੰਚ ਦੇ ਉੱਪਰ ਆਏ ਨੇ। ਅਕਾਲੀ ਦਲ ਤੇ ਕਾਂਗਰਸ ਦੇ ਸੰਸਦ ਕੰਪਲੈਕਸ ਦੇ ਵਿੱਚ ਦੋਵੇਂ ਹੀ ਪਾਰਟੀਆਂ ਦੇ ਸੰਸਦਾਂ ਨੇ ਇਕੱਠਿਆਂ ਪ੍ਰਦਰਸ਼ਨ ਕੀਤਾ। ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਸੰਸਦਾਂ ਨੇ ਰਲ ਕੇ ਪ੍ਰਦਰਸ਼ਨ ਕੀਤਾ। ਤਿੰਨੇ ਖੇਤੀ ਕਾਨੂੰਨਾਂ ਨੂੰ ਪੁਰਜ਼ੋਰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਹਰਸਿਮਰਤ ਕੌਰ ਬਾਦਲ, ਕਾਂਗਰਸ ਸੰਸਦ ਗੁਰਜੀਤ ਔਜਲਾ ਤੇ ਜਸਵੀਰ ਡਿੰਪਾ ਵੀ ਮੌਜੂਦ ਰਹੇ। ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਤੇ ਹਰਸਿਮਰਤ ਵਿਚਾਲੇ ਤਿੱਖੀ ਤੇਜ਼ ਬਹਿਸ ਹੋਈ ਸੀ, ਜਿਹੜੀ ਕਿ ਕਾਫੀ ਵਾਇਰਲ ਹੋਈ ਸੀ। ਪਰ ਉਸ ਤੋਂ ਅੱਜ ਦੋਵੇਂ ਹੀ ਪਾਰਟੀਆਂ ਜਿਹੜੇ ਸੰਸਦ ਨੇ ਤਾਂ ਉਹ ਰਲ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਨਜ਼ਰ ਆਏ ਔਰ ਉਹਨਾਂ ਨੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ। मजदूर से न्याय करो, न्याय करो, न्याय करो, देश से रद्द करो, रद्द करो। ਤਾਂ ਉਧਰ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਬਲਜੀਤ ਸਿੰਘ ਦਾਦੂਵਾਲ ਦੇ ਉੱਪਰ ਸ਼ਬਦੀ ਹਮਲੇ ਕੀਤੇ ਨੇ। ਚੜੂਨੀ ਨੇ ਦਾਦੂਵਾਲ ਦੇ ਉੱਪਰ ਕਈ ਗੰਭੀਰ ਇਲਜ਼ਾਮ ਵੀ ਲਗਾਏ ਨੇ। ਉਹਨਾਂ ਕਿਹਾ ਕਿ ਬੀਜੇਪੀ ਦੇ ਨਾਲ ਮਿਲੇ ਹੋਏ ਨੇ ਬਲਜੀਤ ਦਾਦੂਵਾਲ ਨਾਲ ਹੀ। ਚੜੂਨੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਾਦੂਵਾਲ ਦੇ ਵੱਲੋਂ ਅੰਦੋਲਨ ਖਰਾਬ ਕਰਨ ਲਈ ਸੀਐਮ ਮਨੋਹਰ ਲਾਲ ਦੇ ਨਾਲ ਦਾਦੂਵਾਲ ਨੇ ਬਕਾਇਦਾ ਮੁਲਾਕਾਤ ਵੀ ਕੀਤੀ ਔਰ ਸਾਂਪਲਾ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਤੇ ਕੇਸ ਵੀ ਦਰਜ ਕਰਵਾਇਆ ਸੀ। ਤਾਂ ਉਧਰ ਦਾਦੂਵਾਲ ਦਾ ਵੀ ਇਸ ਉੱਤੇ ਪਲਟਵਾਰ ਆਇਆ। ਦਾਦੂਵਾਲ ਨੇ ਕਿਹਾ ਕਿ ਗੁਰਨਾਮ ਚੜੂਨੀ ਅਕਾਲੀ ਦਲ ਦੇ ਨਾਲ ਮਿਲੇ ਹੋਏ ਨੇ ਔਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਫਿਰਾਕ ਵਿੱਚ ਨੇ। एसजीपीसी के जो अध्यक्ष हैं बलजीत सिंह दादूवाला, इन्होंने 31 तारीख को अपने गांव में बीजेपी के नेता विजय सांपला को अपने गांव में बुलाया था और वहां पे बहुत से लोगों ने उनका विरोध किया था, जिनके ऊपर अवैध धाराओं में पर्चा दर्ज कर दिया गया है, जिसकी हम कड़े शब्दों में निंदा करते हैं। और ये बलजीत सिंह दादूवाला जो है ये बीजेपी के साथ मिला हुआ है। पहले इस आंदोलन को तारपीड़ो करने के लिए हरियाणा के सीएम से मिलकर आया है, उसमें भी इसका बहुत विरोध हुआ था और अब इसके गांव वालों ने भी इसका बहिष्कार कर दिया है और इसने अपने गांव वालों पे भी पर्चा दर्ज करवा दिया और 600 लोगों पे और किसानों पे पर्चा दर्ज करा दिया है। तो साथियों, हम इसकी कड़े शब्दों में निंदा करते हैं और प्रशासन को ये चेतावनी देते हैं कि किसी किसान को गिरफ्तार करने की गलती मत करें। ਗੁਰਨਾਮ ਸਿੰਘ ਚੜੂਨੀ ਮੇਰੇ ਨਾਲ 10 ਦਿਨ ਪਹਿਲਾਂ ਫੋਨ ਤੇ ਗੱਲਬਾਤ ਕਰਦੇ ਆ ਜੀ। ਉਹਨਾਂ ਦੇ ਨਾਲ ਉਹਨਾਂ ਦਾ ਸੋਸ਼ਲ ਮੀਡੀਆ ਚਲਾਉਂਦਾ ਵਿਨਰ ਸਿੰਘ ਲੜਕਾ ਜੀ, ਹਰਿਆਣੇ ਚੋਂ ਹੈ, ਸ਼ਾਹਬਾਦ ਮਾਰਕੀਟ ਦੇ ਕੋਲੋਂ ਹੈ। ਉਹਦੇ ਫੋਨ ਤੋਂ ਮੇਰੇ ਨਾਲ ਗੱਲ ਕਰਦੇ ਨੇ 10 ਦਿਨ ਪਹਿਲਾਂ। ਉਦੋਂ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਨੂੰ ਸਾਡੀ ਨੂੰ ਹੋ ਗਏ 1.5-2 ਮਹੀਨੇ ਜੀ। ਹੁਣ ਉਸ ਵੇਲੇ ਤਾਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਕਿਉਂ ਕੀਤੀ। ਅੱਜ 10 ਦਿਨ ਪਹਿਲਾਂ ਕੀ ਗੱਲਬਾਤ ਹੋਈ ਤੁਹਾਡੀ? ਨਹੀਂ, ਮੇਰੇ ਨਾਲ ਆਹੀ ਗੱਲਬਾਤ ਸੰਯੁਕਤ ਮੋਰਚੇ ਬਾਰੇ ਕਰ ਰਹੇ ਸੀ, ਕਿਸਾਨੀ ਸੰਘਰਸ਼ ਬਾਰੇ ਕਰ ਰਹੇ ਸੀ। ਮੇਰੇ ਨਾਲ ਤਾਂ ਸਗੋਂ ਮੁਲਾਕਾਤ ਦਾ ਸਮਾਂ ਰੱਖ ਰਹੇ ਸੀ ਵੀ ਆਪਾਂ ਚੰਡੀਗੜ੍ਹ ਜਾਂ ਲੁਧਿਆਣੇ ਕਿਤੇ ਮੁਲਾਕਾਤ ਕਰਾਂਗੇ ਇਸ ਮਸਲੇ ਤੇ, ਕਿਸਾਨੀ ਤੇ। ਪਰ ਅੱਜ ਉਹ ਬਾਦਲਾਂ ਦੇ ਤਾਂ ਇੱਕ ਦੂਸਰੇ ਦੇ ਉੱਪਰ ਬਲਜੀਤ ਦਾਦੂਵਾਲ ਤੇ ਗੁਰਨਾਮ ਚੜੂਨੀ ਆਪਸ ਦੇ ਵਿੱਚ ਇਲਜ਼ਾਮ ਲਗਾਉਂਦੇ ਨਜ਼ਰ ਆਏ। ਤਾਂ ਇੱਥੇ ਵਿੜਾ ਚੱਲਿਆ ਕਿ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਪਰ ਖਬਰਾਂ ਜਾਰੀ ਨੇ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।